ਹੈਲੋ ਸਟੂਡੈਂਟਸ, ਅੱਜ ਆਪਾਂ 9th ਕਲਾਸ ਪੰਜਾਬੀ ਸਾਹਿਤਕ ਰੰਗ ਦੇ ਵਿੱਚੋਂ ਪੁਲਾੜ ਦੀ ਪਰੀ ਕਲਪਨਾ ਚਾਵਲਾ ਦੀ ਜੀਵਨੀ ਬਾਰੇ ਪੜ੍ਹਾਂਗੇ, ਜਿਸ ਨੂੰ ਕਿ ਸੁਨੀਲ ਕੁਮਾਰ ਬੇਦੀ ਨੇ ਲਿਖਿਆ ਹੈ। ਬੱਚੇ, ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਦੋਂ ਵੀ ਅਸੀਂ ਕੋਈ ਇਕਾਂਗੀ, ਕਹਾਣੀ ਜਾਂ ਜੀਵਨੀ ਬਾਰੇ ਪੜ੍ਹਦੇ ਹਾਂ ਤਾਂ ਸਾਨੂੰ ਉਸ ਦੇ ਲੇਖਕ ਦਾ ਨਾਮ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਲਪਨਾ ਚਾਵਲਾ, ਇਸ ਦੇ ਲੇਖਕ ਕੌਣ ਹੈ? ਸੁਨੀਲ ਕੁਮਾਰ ਬੇਦੀ। ਇਸ ਦੀ ਜੀਵਨੀ ਨੂੰ ਕਿਸ ਨੇ ਲਿਖਿਆ? ਸੁਨੀਲ ਕੁਮਾਰ ਬੇਦੀ ਨੇ। ਹਾਂਜੀ, ਤਾਂ ਅੱਜ ਆਪਾਂ ਪੁਲਾੜ ਦੀ ਪਰੀ ਕਲਪਨਾ ਚਾਵਲਾ ਬਾਰੇ ਪੜ੍ਹਾਂਗੇ। ਪੁਲਾੜ ਦੀ ਪਰੀ ਕਲਪਨਾ ਚਾਵਲਾ ਹਮੇਸ਼ਾ ਇਹ ਕਹਿੰਦੀ ਸੀ ਕਿ ਮੈਂ ਦੁਨੀਆ ਦੇ ਕਿਸੇ ਇੱਕ ਖੁੰਝੇ ਲਈ ਜਨਮ ਨਹੀਂ ਲਿਆ, ਮੇਰੇ ਲਈ ਪੂਰੀ ਦੁਨੀਆ ਹੀ ਮੇਰੀ ਮਾਤ ਭੂਮੀ ਹੈ। ਦੂਜੇ ਸ਼ਬਦਾਂ ਦੇ ਵਿੱਚ ਸਮੁੱਚਾ ਬ੍ਰਹਿਮੰਡ ਹੀ ਮੇਰਾ ਪਰਿਵਾਰ ਹੈ। ਇਹ ਮਹਾਨ ਵਿਚਾਰ ਸਨ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮੁਟਿਆਰ ਡਾਕਟਰ ਕਲਪਨਾ ਚਾਵਲਾ ਦੇ। ਕਿਉਂਕਿ ਕਲਪਨਾ ਚਾਵਲਾ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਚਾਹੇ ਉਹ ਇੱਕ ਸਧਾਰਨ ਪਰਿਵਾਰ ਦੇ ਨਾਲ ਸੰਬੰਧਿਤ ਸੀ, ਪਰੰਤੂ ਉਹ ਇੰਨੀ ਇੰਟੈਲੀਜੈਂਟ ਸੀ, ਸਾਇੰਟਿਸਟ ਸੀ। ਉਹ ਇਹ ਕਹਿੰਦੀ ਸੀ ਕਿ ਮੈਂ ਸਾਰਾ ਬ੍ਰਹਿਮੰਡ, ਸਾਰਾ ਕੁਦਰਤ ਜਿਹੜੀ ਹੈਗੀ ਮੇਰਾ ਪਰਿਵਾਰ ਹੈ। ਮੈਂ ਇਕੱਲੀ ਇੱਕ ਥਾਂ 'ਤੇ ਟਿਕ ਕੇ ਨਹੀਂ ਰਹਿ ਸਕਦੀ, ਇਕੱਲਾ ਇੱਕ ਥਾਂ ਵਾਸਤੇ ਮੇਰਾ ਜਨਮ ਨਹੀਂ ਹੋਇਆ ਹੈ। ਬਚਪਨ ਤੋਂ ਹੀ ਪੱਕੇ ਇਰਾਦੇ ਵਾਲੀ ਕਲਪਨਾ ਚਾਵਲਾ ਦਾ ਜਨਮ 1 ਜੁਲਾਈ 1961 ਈਸਵੀ ਨੂੰ ਮਾਂ ਸੰਜੋਗਤਾ ਦੀ ਕੁੱਖੋਂ ਕਰਨਾਲ ਵਿਖੇ ਹੋਇਆ। ਕਰਨਾਲ ਕਿੱਥੇ ਆ? ਹਰਿਆਣੇ ਦੇ ਵਿੱਚ। ਹਰਿਆਣੇ ਦੇ ਵਿੱਚ ਕਲਪਨਾ ਚਾਵਲਾ ਦਾ ਜਨਮ 1 ਜੁਲਾਈ 1961 ਈਸਵੀ ਨੂੰ ਹੋਇਆ। ਅਤੇ ਉਸਦੇ ਪਿਤਾ ਦਾ ਨਾਮ ਕੀ ਸੀ? ਬਨਵਾਰੀ ਲਾਲ। ਉਹ ਆਪਣੇ 4 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਕਲਪਨਾ ਚਾਵਲਾ ਸਾਰੇ ਕਿੰਨੇ ਭੈਣ ਭਰਾ ਸਨ? 4 ਭੈਣ ਭਰਾ। ਅਤੇ ਜਿਹੜੀ ਕਲਪਨਾ ਸੀ ਉਹ ਆਪਣੇ ਸਾਰੇ ਭੈਣ ਭਰਾਵਾਂ ਨਾਲੋਂ ਛੋਟੀ ਸੀ। ਉਸ ਨੂੰ ਸਾਰੇ ਪਿਆਰ ਨਾਲ ਮੋਂਟੂ ਕਹਿੰਦੇ ਸੀ। ਤਾਂ ਇਹ ਜਿਹੜੇ ਛੋਟੀਆਂ ਛੋਟੀਆਂ ਚੀਜ਼ਾਂ ਹੈ, ਇਹ ਆਪਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਇਹਨਾਂ ਨੂੰ ਅੰਡਰਲਾਈਨ ਕਰ ਲਓ ਪੜ੍ਹਨ ਵੇਲੇ ਕਿ ਉਸਦੇ ਕਿੰਨੇ ਭੈਣ ਭਰਾ ਸਨ। ਉਹ 4 ਭੈਣ ਭਰਾ ਸਨ। ਕਲਪਨਾ ਚਾਵਲਾ ਆਪਣੇ ਭੈਣ ਭਰਾਵਾਂ ਵਿੱਚੋਂ ਕਿੰਨਵੇਂ ਨੰਬਰ ਸੀ? ਸਭ ਤੋਂ ਛੋਟੀ ਸੀ। ਉਸਦੇ ਪਿਤਾ ਜੀ ਦਾ ਕੀ ਨਾਮ ਸੀ? ਬਨਾਰਸੀ ਲਾਲ। ਉਸਦੀ ਮਾਤਾ ਦਾ ਨਾਮ ਕੀ ਸੀ? ਸੰਜੋਗਤਾ। ਅਤੇ ਉਸ ਨੂੰ ਛੋਟੇ ਸਾਰੇ ਪਿਆਰ ਦੇ ਨਾਲ ਕੀ ਕਹਿੰਦੇ ਸਨ? ਮੋਂਟੂ। ਹਾਂਜੀ, ਹੁਣ ਉਹਦਾ ਕਲਪਨਾ ਦਾ ਮੁੱਢਲਾ ਸਮਾਂ ਕਰਨਾਲ ਹਰਿਆਣੇ ਦੇ ਵਿੱਚ ਮਾਡਲ ਟਾਊਨ ਵਿੱਚ ਆਪਣੇ ਘਰ ਵਿੱਚ ਹੀ ਬੀਤਿਆ। ਘਰ ਦੀ ਛੱਤ ਉੱਤੇ ਲੇਟੇ ਉਹ ਚੰਨ ਤਾਰਿਆਂ ਦੀ ਰਹੱਸਮਈ ਦੁਨੀਆ ਬਾਰੇ ਸੋਚਦੀ ਸੀ। ਚੰਨ ਤਾਰਿਆਂ ਦੀ ਜਦੋਂ ਉਹ ਆਪਣੇ ਘਰ ਵਿੱਚ ਛੱਤ 'ਤੇ ਪਈ ਹੁੰਦੀ ਤਾਂ ਉਸ ਦਾ ਧਿਆਨ ਉੱਪਰ ਤਾਰਿਆਂ ਵੱਲ ਹੁੰਦਾ। ਉਹ ਇਹ ਸੋਚਦੀ ਸੀ ਕਿ ਇਹਨਾਂ ਤਾਰਿਆਂ ਵਿੱਚੋਂ ਰੋਸ਼ਨੀ ਕਿੱਥੋਂ ਆਉਂਦੀ ਹੈ, ਇਹ ਤਾਰੇ ਕਿਵੇਂ ਖੜੇ ਹਨ, ਇਹ ਚੰਦਰਮਾ 'ਚ ਰੋਸ਼ਨੀ ਕਿਵੇਂ ਆਉਂਦੀ ਹੈ। ਉਹ ਸਾਰਾ ਦਿਨ ਉੱਪਰਲੀ ਦੁਨੀਆ ਬਾਰੇ ਹੀ ਸੋਚਦੀ ਰਹਿੰਦੀ। ਉਸ ਦਾ ਪਰਿਵਾਰ ਜਿਹੜਾ ਸੀਗਾ ਉਹ ਧਾਰਮਿਕ ਵਿਚਾਰਾਂ ਸੀ, ਧਰਮ ਨੂੰ ਮੰਨਣ ਵਾਲੇ ਸਨ, ਭਗਵਾਨ ਨੂੰ ਮੰਨਣ ਵਾਲੇ ਸਨ। ਉਸਦੇ ਮਾਤਾ ਪਿਤਾ ਜੀ ਧਰਮ ਅਤੇ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਧਰਮ ਕੋਈ ਵੀ ਭਗਤੀ ਭਾਵਨਾ ਵਾਲੀ ਕੋਈ ਸੇਵਾ ਹੋਣੀ, ਉਹਦੇ ਵਿੱਚ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਇਸ ਦਾ ਅਸਰ ਇਹ ਹੋਇਆ ਕਿ ਕਲਪਨਾ ਇੱਕ ਪੁਲਾੜ ਵਿਗਿਆਨੀ ਹੋਣ ਦੇ ਨਾਲ ਨਾਲ ਇੱਕ ਸੰਸਕਾਰੀ ਵੀ ਸੀ। ਸੰਸਕਾਰ ਜਦੋਂ ਘਰ ਦੇ ਵਿੱਚ ਪੂਰੇ ਧਾਰਮਿਕ ਰੀਤੀ ਰਿਵਾਜ ਹੁੰਦੇ ਸਨ, ਤਾਂ ਧਰਮ ਦੇ ਸੰਬੰਧੀ ਸਾਰੇ ਕੰਮ ਕਰਦੇ ਸਨ, ਤਾਂ ਉਸ ਦੇ ਵਿੱਚ ਸੰਸਕਾਰ ਵੀ, ਪੜ੍ਹਾਈ ਦੇ ਵਿੱਚ ਤਾਂ ਹੁਸ਼ਿਆਰ ਹੈ ਹੀ ਸੀ, ਪਰੰਤੂ ਉਸ ਦੇ ਵਿੱਚ ਆਗਿਆ ਜਾਂ ਸੰਸਕਾਰ ਦੀ ਭਾਵਨਾ ਵੀ ਬਹੁਤ ਸੀ। ਉਹ ਭਾਰਤ ਵਿੱਚ ਰਹਿ ਰਹੀ ਬਰਫੀਲੇ ਵਿਦੇਸ਼ੀ ਇਲਾਕਿਆਂ ਦੇ ਵਿੱਚ ਪਰ ਜੀਵਨ ਭਰ ਸ਼ਾਕਾਹਾਰੀ ਰਹੀ। ਦੇਖੋ, ਉਹਨੇ ਜਿਹੜੀ ਸਾਰੀ ਪੜ੍ਹਾਈ ਕੀਤੀ, ਉਹ ਕਦੇ ਪਹਾੜਾਂ ਵਿੱਚ ਜਾਂਦੀ, ਕਦੇ ਬਾਹਰਲੇ ਦੇਸ਼ਾਂ ਵਿੱਚ ਜਾਂਦੀ, ਪਰੰਤੂ ਉਸਨੇ ਕਦੇ ਵੀ ਮੀਟ ਨੂੰ ਜਾਂ ਮਾਸਾਹਾਰੀ ਨਹੀਂ ਬਣੀ, ਬਲਕਿ ਉਹਦੇ ਘਰ ਦੇ ਸੰਸਕਾਰ ਹੀ ਉਹਦੇ ਜੀਵਨ ਵਿੱਚ ਇੰਨੇ ਕੁੱਟ ਭਰੇ ਹੋਏ ਸਨ ਕਿ ਉਸਨੇ ਜ਼ਿੰਦਗੀ ਭਰ ਮਾਸ ਦਾ ਸ਼ਿਕਾਰ ਨਹੀਂ ਕੀਤਾ ਜਾਂ ਮਾਸ ਨਹੀਂ ਖਾਧਾ, ਸ਼ਾਕਾਹਾਰੀ ਜੀਵਨ ਹੀ ਜਿਉਣਾ। ਹਾਂਜੀ, ਕਲਪਨਾ ਨੇ 4ਥੀ ਜਮਾਤ ਵਿੱਚ ਸਪੇਸ ਸ਼ਟਲ ਦਾ ਮਾਡਲ ਬਣਾਇਆ। ਚੌਥੀ ਜਮਾਤ, ਦੇਖੋ ਚੌਥੀ ਜਮਾਤ ਦਾ ਬੱਚਾ ਕਿੰਨਾ ਛੋਟਾ ਹੁੰਦਾ ਹੈ, ਕਿਉਂਕਿ ਉਹਦੀ ਸ਼ੁਰੂ ਤੋਂ ਹੀ ਇੱਛਾ ਇਹ ਸੀ ਕਿ ਉਹਨੇ ਉੱਪਰਲੀ ਦੁਨੀਆ ਦੇ ਵਿੱਚ ਜਾਣਾ ਹੈ, ਉੱਪਰਲੀ ਦੁਨੀਆ ਦਾ ਦੇਖਣਾ ਹੈ। ਤਾਂ ਉਸਨੇ ਰੌਕਟ ਦਾ ਇੱਕ ਮਾਡਲ ਬਣਾਇਆ ਅਤੇ ਕਿਹਾ ਹੈ ਕਿ ਵੱਡੀ ਹੋ ਕੇ ਇਸ ਸਪੇਸ ਸ਼ਟਲ ਵਿੱਚ ਯਾਤਰਾ ਕਰੇਗੀ। ਤਾਂ ਉਸਦਾ ਇਹ ਸੀਗਾ ਵੀ ਅੱਜ ਜਿਹੜਾ ਮੈਂ ਸਪੇਸ ਸ਼ਟਲ ਅੱਜ ਬਣਾਇਆ, ਅੱਜ ਮੈਂ ਮਾਡਲ ਬਣਾਇਆ, ਤਾਂ ਕਿਸੇ ਦਿਨ ਜਦੋਂ ਮੈਂ ਵੱਡੀ ਹੋ ਕੇ ਇਸੇ ਤਰ੍ਹਾਂ ਦੇ ਸਪੇਸ ਸ਼ਟਲ ਵਿੱਚ ਬੈਠ ਕੇ ਯਾਤਰਾ ਕਰੂੰਗੀ। ਹਾਂਜੀ, ਹੁਣ ਉਹਦੀ ਪੜ੍ਹਾਈ ਬਾਰੇ ਗੱਲ ਕਰਦੇ ਹਾਂ। ਉਹਨੇ ਆਪਣੀ 10ਵੀਂ ਦੀ ਪ੍ਰੀਖਿਆ ਟੈਗੋਰ ਬਾਲ ਨਿਕੇਤਨ ਸਕੂਲ ਕਰਨਾਲ ਤੋਂ ਹੀ ਪਾਸ ਕੀਤੀ। ਕਰਨਾਲ ਹਰਿਆਣੇ ਤੋਂ ਹੀ ਉਸਨੇ ਆਪਣੀ 10ਵੀਂ ਦੀ ਪ੍ਰੀਖਿਆ ਪਾਸ ਕੀਤੀ। ਇੱਕ ਪਾਸੇ ਭਾਰਤ ਪਾਕਿਸਤਾਨ ਦੀ ਵੰਡ ਉਪਰੰਤ ਸ਼ੇਖਪੁਰਾ ਪੰਜਾਬ ਤੋਂ ਕਰਨਾਲ ਵਿੱਚ ਆ ਕੇ ਵਸਿਆ ਕਲਪਨਾ ਦਾ ਸਧਾਰਨ ਪਰਿਵਾਰ, ਅਤੇ ਦੂਜੇ ਪਾਸੇ ਪੁਲਾੜ ਵਿੱਚ ਜਾਣ ਦੇ ਸੁਪਨੇ
ਲੈਣ ਵਾਲੀ ਕਲਪਨਾ। ਦੇਖੋ ਇੱਕ ਪਾਸੇ ਜਿਹੜਾ ਉਹਨਾਂ ਦਾ ਪਰਿਵਾਰ ਸੀ, ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਬਹੁਤ ਸਧਾਰਨ ਪਰਿਵਾਰ ਸੀ। ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਸੀ ਬੜੀਆਂ ਸਿੱਧੀਆਂ ਸਾਦੀਆਂ ਅਤੇ ਸਿੰਪਲ ਸਨ। ਪਰੰਤੂ ਜਿਹੜੀ ਕਲਪਨਾ ਚਾਵਲਾ ਸੀ, ਉਸ ਘਰ ਦੇ ਵਿੱਚ ਜੰਮੀ ਪਲੀ ਜਿਹੜੀ ਕਲਪਨਾ ਸੀ, ਉਹਦਾ ਸੁਪਨਾ ਕੀ ਸੀ? ਉਹਦਾ ਉੱਪਰਲੀ ਦੁਨੀਆ ਵਿੱਚ ਜਾਣ ਦਾ ਸੁਪਨਾ ਸੀ। ਉਹ ਹਮੇਸ਼ਾ ਹੀ ਕਲਪਨਾ ਹੀ ਕਰਦੀ ਸੀ ਵੀ ਕਦੋਂ ਮੈਂ ਵੱਡੀ ਹੋਊਂਗੀ, ਕਦੋਂ ਮੈਂ ਵੱਡੀ ਹੋ ਕੇ ਇਹੋ ਜਿਹੀ ਪੜ੍ਹਾਈ ਕਰੂੰਗੀ ਅਤੇ ਮੈਂ ਉੱਪਰਲੀ ਦੁਨੀਆ ਵਿੱਚ ਜਾਊਂਗੀ। ਫਿਰ ਉਸ ਨੇ ਉੱਥੋਂ ਦੇ ਹੀ DAV ਗਰਲਸ ਕਾਲਜ ਅਤੇ ਦਿਆਲ ਕਾਲਜ ਤੋਂ ਪ੍ਰੀ ਯੂਨੀਵਰਸਿਟੀ ਅਤੇ ਪ੍ਰੀ ਇੰਜੀਨੀਅਰਿੰਗ ਪਾਸ ਕੀਤੀ। ਇੱਥੇ ਹੀ ਉਸ ਨੇ ਇੱਕ ਫਲਾਇੰਗ ਕਲੱਬ ਦੀ ਮੈਂਬਰ ਬਣ ਕੇ ਪੁਸ਼ਪਕ ਵਿਮਾਨ ਉਡਾਉਣਾ ਅਤੇ ਗਲਾਈਡਿੰਗ ਕਰਨਾ ਸਿੱਖ ਲਿਆ। ਪੁਸ਼ਪਕ ਵਿਮਾਨ ਜਿਹੜਾ ਜਹਾਜ਼ ਹੁੰਦਾ, ਹਲਕਾ ਜਿਹਾ ਜਹਾਜ਼ ਹੁੰਦਾ, ਪੁਸ਼ਪਕ ਵਿਮਾਨ ਉਡਾਉਣਾ ਅਤੇ ਗਲਾਈਡਿੰਗ ਮਤਲਬ ਪੁਸ਼ਪਕ ਵਿਮਾਨ ਛੋਟਾ ਜਿਹਾ ਜਹਾਜ਼ ਅਤੇ ਜਿੱਥੇ ਉਸਨੇ ਇਹਨਾਂ ਚੀਜ਼ਾਂ ਦੀ ਬੇਸਿਕ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ। ਹਾਂਜੀ, ਇਸ ਤੋਂ ਬਾਅਦ ਇਹ ਤਾਂ ਉਹਦੀ ਬੇਸਿਕ ਸੀਗੀ ਟ੍ਰੇਨਿੰਗ ਸੀਗੀ। ਇੱਥੇ ਜਦੋਂ ਇਹ ਕਰਨਾਲ ਦੇ ਵਿੱਚ ਹੀ ਇਹ ਕੀ ਸੀਗੀ, ਇੱਕ ਫਲਾਇੰਗ ਕਲੱਬ ਦੀ ਮੈਂਬਰ ਬਣ ਗਈ ਸੀ। ਫਿਰ ਉਸਨੇ ਆਪਣੀ ਇੰਜੀਨੀਅਰਿੰਗ ਜਿਹੜੀ ਸੀਗੀ ਚੰਡੀਗੜ੍ਹ ਦੇ ਵਿੱਚ ਪੰਜਾਬ ਟੈਕਨੀਕਲ ਕਾਲਜ ਇੰਜੀਨੀਅਰਿੰਗ ਉੱਥੋਂ ਪਾਸ ਕੀਤੀ। ਪਹਿਲਾਂ ਤਾਂ ਉਸਦੇ ਜਿਹੜੇ ਸੀਗੇ ਪਿਤਾ ਜੀ ਸੀ, ਉਹ ਉਸ ਨੂੰ ਕੀ ਬਣਾਉਣਾ ਚਾਹੁੰਦੇ ਸੀਗੇ? ਡਾਕਟਰ ਬਣਾਉਣਾ ਚਾਹੁੰਦੇ ਸੀ। ਉਹ ਕਹਿੰਦੇ ਸੀਗੇ ਵੀ ਅਸੀਂ ਇਸ ਕਿੱਤੇ ਦੇ ਵਿੱਚ, ਇਸ ਪਾਸੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਭੇਜਣਾ। ਉਹ ਕਹਿੰਦੇ ਸੀ ਵੀ ਜੇ ਤੇਰੇ 'ਚ ਹੁਸ਼ਿਆਰਪੁਣ ਹੈ ਜਾਂ ਤੂੰ ਮਤਲਬ ਪੜ੍ਹਾਈ ਕਰ ਸਕਦੀ ਹੈ ਤਾਂ ਤੂੰ ਜਾਂ ਤਾਂ ਕੋਈ ਵਧੀਆ ਜੀ ਅਧਿਆਪਕ ਬਣ ਜਾਂ ਵਧੀਆ ਜੀ ਡਾਕਟਰ ਬਣ। ਪਰੰਤੂ ਜਿਹੜੇ ਸੀ ਕਲਪਨਾ ਚਾਵਲਾ ਬੜੀ ਮੁਸ਼ਕਲ ਨਾਲ ਆਪਣੇ ਮਾਤਾ ਪਿਤਾ ਨੂੰ ਉਸਨੇ ਮਨਾਇਆ ਕਿ ਉਸਨੇ ਕਿਹਾ ਕਿ ਮੈਂ ਕੋਈ ਬਹੁਤ ਵੱਡਾ ਸੁਪਨੇ ਨੂੰ ਸਾਕਾਰ ਕਰਨ ਲਈ ਅੱਗੇ ਵਧ ਰਹੀ ਹਾਂ ਅਤੇ ਮੈਨੂੰ ਨਾ ਰੋਕਿਆ ਜਾਵੇ। ਉਹ ਸਪੇਸ ਇੰਜੀਨੀਅਰ ਬਣ ਕੇ ਹਵਾ ਵਿੱਚ ਉੱਡਣਾ ਚਾਹੁੰਦੀ ਸੀ ਅਤੇ ਪੁਲਾੜ ਵਿੱਚ ਜਾ ਕੇ ਚੰਨ ਤਾਰਿਆਂ ਦੇ ਰਹੱਸ ਬਾਰੇ ਜਾਣਨਾ ਚਾਹੁੰਦੀ ਸੀ। ਉਹ ਇਹ ਜਾਣਨਾ ਚਾਹੁੰਦੀ ਸੀ ਚੰਨ ਤਾਰੇ ਕਿੱਥੋਂ ਆਏ ਹੈ, ਇਹ ਕਿਵੇਂ ਖੜ੍ਹਦੇ ਹਨ ਅਤੇ ਇਹਨਾਂ ਦੀ ਰੋਸ਼ਨੀ ਕਿੱਥੋਂ ਆਉਂਦੀ ਹੈ। 4 ਸਾਲ ਦੀ ਸਖਤ ਮਿਹਨਤ ਤੋਂ ਬਾਅਦ 1982 ਵਿੱਚ ਉਸਨੇ BE ਦੀ ਡਿਗਰੀ ਅਵਲ ਦਰਜੇ ਮਤਲਬ ਫਸਟ ਕਲਾਸ ਦੇ ਵਿੱਚ ਉਸਨੇ BE ਦੀ ਡਿਗਰੀ ਬੈਚਲਰ ਆਫ ਇੰਜੀਨੀਅਰਿੰਗ ਦੀ ਡਿਗਰੀ ਜਿਹੜੀ ਸੀ ਉਹ ਪਹਿਲੇ ਦਰਜੇ ਵਿੱਚ ਪਾਸ ਕੀਤੀ। ਇੱਥੇ ਹੀ ਕੁਝ ਸਮਾਂ ਅਧਿਆਪਨ ਵੀ ਕਰਦੀ ਰਹੀ। ਅਧਿਆਪਕ ਮਤਲਬ ਫਿਰ ਉਹ ਉਸੇ ਕਾਲਜ ਵਿੱਚ ਪੜ੍ਹਾਉਣ ਵੀ ਲੱਗ ਗਈ ਅਤੇ ਕੁਝ ਹੋਰ, ਕਿਉਂਕਿ ਉਸਦਾ ਮਕਸਦ ਕੁਝ ਹੋਰ ਸੀ। ਕਲਪਨਾ ਜਿਹੜੀ ਸੀਗੀ ਉਹਦਾ ਕੱਦ ਛੋਟਾ ਸੀ, ਛੋਟੇ ਕੱਦ ਦੀ ਉਤਸ਼ਾਹੀ, ਨੀਡਰ ਅਤੇ ਬਹਾਦਰ ਕੁੜੀ ਸੀ। ਉਹ ਦ੍ਰਿੜ ਇਰਾਦੇ ਵਾਲੀ, ਮਿਹਨਤੀ ਅਤੇ ਜਾਗਰੂਕ ਸੀ। ਉਹਦਾ ਇਰਾਦਾ ਦ੍ਰਿੜ ਸੀ। ਉਹ ਕਹਿੰਦੇ ਸੀ ਵੀ ਮੇਰਾ ਇਰਾਦਾ ਜਿਹੜਾ ਹੈ, ਉਹਦਾ ਇਰਾਦਾ ਕੀ ਸੀਗਾ? ਉੱਪਰਲੀ ਦੁਨੀਆ ਦੇ ਵਿੱਚ, ਚੰਨ ਤਾਰਿਆਂ ਦੀ ਦੁਨੀਆ ਦੇ ਵਿੱਚ ਜਾਣਾ ਸੀ, ਜਿਸ ਦੇ ਕਾਰਨ ਉਸ ਦੇ ਇਸ ਦ੍ਰਿੜ ਇਰਾਦੇ ਨੇ ਉਸ ਨੂੰ ਬਹੁਤ ਜ਼ਿਆਦਾ ਮਿਹਨਤੀ ਅਤੇ ਜਾਗਰੂਕ ਬਣਾ ਦਿੱਤਾ। ਉਹ ਮੁੰਡੇ ਅਤੇ ਕੁੜੀਆਂ ਦੇ ਲਿੰਗ ਭੇਦ ਨੂੰ ਨਹੀਂ ਸੀ ਮੰਨਦੀ। ਉਹ ਇਹ ਨਹੀਂ ਸੀ ਕਹਿੰਦੀ ਵੀ ਇਹ ਮੁੰਡੇ ਆ ਜਾਂ ਕੁੜੀਆਂ ਅਸੀਂ ਪਿੱਛੇ ਰਹਿਣਾ। ਉਹ ਕਹਿੰਦੀ ਸੀ ਇਹ ਚੀਜ਼ਾਂ ਮਤਲਬ ਜਿਹੜਾ ਇਨਸਾਨ ਦੁਨੀਆ ਦੇ ਵਿੱਚ ਆ ਗਿਆ ਉਹ ਸਾਰੇ ਬਰਾਬਰ ਹਨ। ਉਸ ਵਿੱਚ ਨੁਮਾਇੰਦਗੀ ਕਰਨ ਦੀ ਕਾਬਲੀਅਤ ਵੀ ਸੀ। ਨੁਮਾਇੰਦਗੀ ਮਤਲਬ ਕਿਸੇ ਚੀਜ਼ ਦੇ ਵਿੱਚ ਅੱਗੇ ਹੋ ਕੇ ਕੰਮ ਕਰਨ ਦੀ ਵੀ ਕਾਬਲੀਅਤ ਸੀ। ਪ੍ਰਤੀਨਿਧਤਾ, ਲੀਡਰਸ਼ਿਪ। ਇਸੇ ਲਈ ਉਸ ਨੂੰ ਐਰੋਐਸਟਰ ਸੁਸਾਇਟੀ ਦੀ ਸਕੱਤਰ ਵੀ ਚੁਣ ਲਿਆ ਗਿਆ। ਉਹ ਕੁੜੀਆਂ ਨੂੰ ਉੱਚ ਸਿੱਖਿਆ ਦਿੰਦੇ। ਉਹ ਕਹਿੰਦੀ ਸੀ ਵੀ ਉਹ ਮੈਂ ਉਹਨਾਂ ਮਾਂ-ਬਾਪ ਨੂੰ ਚੰਗਾ ਨਹੀਂ ਸਮਝਦੀ ਜਿਹੜੇ ਆਪਣੇ ਕੁੜੀਆਂ ਨੂੰ ਉੱਚ ਪੜ੍ਹਾਈ ਦੇਣ ਵਾਸਤੇ ਉਹਨਾਂ ਨੂੰ ਰੋਕਦੇ ਹਨ, ਕਾਲਜ ਭੇਜ ਤੋਂ ਇਨਕਾਰ ਕਰਦੇ ਹਨ। ਉਹ ਮਾਪਿਆਂ ਨੂੰ ਕਹਿੰਦੀ ਹੁੰਦੀ ਸੀ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਕਾਲਜ ਵਿੱਚ ਭੇਜੋ ਅਤੇ ਉਹਨਾਂ ਨੂੰ ਆਪਣੀ ਯੋਗਤਾ ਸਿੱਧ ਕਰਨ ਦਿਓ। ਉਹ ਸੋਚਦੀ ਸੀ ਕਿ ਔਰਤ ਸਿਰਫ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹੋ ਕੇ ਹੀ ਨਾ ਰਹਿ ਜਾਵੇ, ਉਹ ਘਰ ਤੋਂ ਬਾਹਰ ਆ ਕੇ ਆਪਣੀ ਯੋਗਤਾ ਵਿਖਾਉਣ ਦਾ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਜੇ ਔਰਤ ਹੀ ਪੜ੍ਹੇਗੀ ਨਹੀਂ ਤਾਂ ਸਮਾਜ ਵਿੱਚ ਤਬਦੀਲੀ ਹੀ ਕਿਵੇਂ ਆਊਗੀ। ਉਹਦੇ ਵਿਚਾਰ ਸੀਗੇ ਵੀ ਜਿਹੜੀ ਔਰਤ ਪਹਿਲਾਂ ਉਦੋਂ ਜਿਹੜਾ ਸੀ ਕੁੜੀਆਂ ਨੂੰ ਜ਼ਿਆਦਾ ਪੜ੍ਹਨ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ, ਬਾਹਰ ਨਹੀਂ ਸੀ ਭੇਜਿਆ ਜਾਂਦਾ, ਪਰੰਤੂ ਉਸਨੇ ਸਾਰਿਆਂ ਨੂੰ ਇਨਕਰੇਜ ਕੀਤਾ ਵੀ ਜੇ ਘਰ ਦੀ ਔਰਤ ਹੀ ਨਾ ਪੜ੍ਹੂਗੀ, ਜੇ ਘਰ ਦੀ ਕੁੜੀ ਹੀ ਨਹੀਂ ਪੜ੍ਹੂਗੀ ਤਾਂ ਸਮਾਜ ਵਿੱਚ ਤਬਦੀਲੀ ਕਿਵੇਂ ਆਏਗੀ। ਇਸ ਤਰ੍ਹਾਂ ਹੌਲੀ ਹੌਲੀ ਫਿਰ ਉਸਨੇ ਆਪਣੀ ਪੜ੍ਹਾਈ ਦੇ ਲਈ ਉਹ ਬਾਹਰ ਗਈ, ਅਮਰੀਕਾ ਗਈ। 1988 ਵਿੱਚ ਕਲਪਨਾ ਨੇ ਨਾਸਾ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਸਾਰੇ ਉਸ ਨੂੰ ਕੇਸੀ ਦੇ ਨਾਮ ਨਾਲ ਬੁਲਾਉਂਦੇ ਸਨ। ਕਲਪਨਾ ਚਾਵਲਾ, ਕੇਸੀ ਦਾ ਮਤਲਬ ਕਲਪਨਾ ਚਾਵਲਾ। ਉਹ ਪ੍ਰਮਾਣਿਤ ਫਲਾਈਟ ਇੰਸਟ੍ਰਕਟਰ ਸੀ। ਉਸਨੇ ਏਅਰਕ੍ਰਾਫਟ ਅਤੇ ਗਲਾਈਡਰ ਉਡਾਏ। ਉਹ ਕੈਰੇਜ ਇੰਜਨ, ਬੋ ਇੰਜਨ, ਹਾਈਡਰੋਪਲੇਟ ਅਤੇ ਗਲਾਈਡਰ ਉਡਾਣ ਦੇ ਵਿੱਚ ਨਿਪੁੰਨ ਸੀ।
हाँ जी, उसने मतलब ਜਿਹੜੀ ਟ੍ਰੇਨਿੰਗ ਉਹਦੀ ਇੱਛਾ ਹੀ ਇਹ ਸੀ ਵੀ ਉਹ ਜਹਾਜ਼ ਜਾਂ ਰੋਕਟ ਦੇ ਵਿੱਚ ਜਾਵੇ, ਜਿਸ ਦੇ ਕਾਰਨ ਉਸਨੇ ਪਹਿਲਾਂ ਜਹਾਜ਼ ਉਡਾਉਣੇ ਸ਼ੁਰੂ ਕੀਤੇ ਅਤੇ ਉੱਥੋਂ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ। ਕਿਸ ਤਰ੍ਹਾਂ ਮਤਲਬ ਜਹਾਜ਼ਾਂ ਨੂੰ ਠੀਕ ਕਰਨਾ ਹੈ, ਜਹਾਜ਼ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ, ਉਹਦੇ ਸਾਰੇ ਉਹਦੇ ਵਿੱਚ ਉਹਨੇ ਪੂਰੀ ਤਰ੍ਹਾਂ ਟ੍ਰੇਨਿੰਗ ਲੱਗ ਗਈ। ਤਾਂ ਫਿਰ ਇਸ ਤੋਂ ਬਾਅਦ ਉਸਦਾ ਮੇਨ ਕੰਮ ਹੁਣ ਕੀ ਰਹਿ ਗਿਆ ਸੀਗਾ ਵੀ ਉਸਨੇ ਉੱਥੇ ਜਾਣਾ ਸੀਗਾ, ਸਪੇਸ ਦੇ ਵਿੱਚ ਜਾਣਾ ਸੀਗਾ। ਅਤੇ ਸਪੇਸ ਵਿੱਚ ਜਾਣ ਵਾਸਤੇ ਉਸਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ। ਬਹੁਤ ਵਾਰੀ ਉਹ ਸਿਲੈਕਟ ਹੋਣ ਤੋਂ ਰਹਿ ਗਈ। 1996 ਵਿੱਚ ਉਹ ਆਪਣੇ ਜੀਵਨ ਦੇ ਪਹਿਲੇ ਧਰਤੀ ਦੁਆਲੇ ਯਾਤਰਾ ਮਿਸ਼ਨ ਵਿੱਚ ਸਪੇਸ ਸ਼ਟਲ ਦੇ ਮਹੱਤਵਪੂਰਨ ਮੈਂਬਰ ਵਜੋਂ ਚੁਣੀ ਗਈ। ਇੰਨੇ ਸੰਘਰਸ਼ ਕਰਨ ਤੋਂ ਬਾਅਦ 1996 ਦੇ ਵਿੱਚ ਉਹ ਸਿਲੈਕਟ ਹੋਈ, ਜਦੋਂ ਉਹਨੇ ਪਹਿਲੀ ਵਾਰ ਸਪੇਸ ਸ਼ਟਲ ਦੀ ਯਾਤਰਾ ਦੇ ਵਿੱਚ ਜਾਣਾ ਸੀ। ਤਾਂ ਉਸ ਮਿਸ਼ਨ ਦਾ ਨਾਮ ਕੀ ਸੀਗਾ? STS-87। ਜਿਹੜੇ ਮਿਸ਼ਨ ਵਾਸਤੇ ਧਰਤੀ ਤੋਂ ਉੱਥੇ ਪੁਲਾੜ ਦੇ ਵਿੱਚ ਜਾਣਾ ਸੀ, ਉਸ ਮਿਸ਼ਨ ਦਾ ਨਾਮ ਕੀ ਸੀ? STS-87। ਇਹ ਸਾਰੇ ਬੱਚਿਆਂ ਨੂੰ ਯਾਦ ਕਰਨਾ ਪਊਗਾ। ਉਸਦੇ ਪਹਿਲੇ ਮਿਸ਼ਨ ਦਾ ਨਾਮ STS-87 ਸੀ, ਜਿਹੜਾ 19 ਨਵੰਬਰ 1997 ਨੂੰ ਸ਼ੁਰੂ ਹੋਇਆ। ਇਸ ਮਿਸ਼ਨ ਦਾ ਉਦੇਸ਼ ਕੀ ਸੀ? ਇਸ ਮਿਸ਼ਨ ਦਾ ਉਦੇਸ਼ ਸੀ ਅੰਤਰਿਕਸ਼ ਮਤਲਬ ਉੱਪਰਲੀ ਦੁਨੀਆ ਦੇ ਵਿੱਚ ਇੱਕ ਸਪਾਰਟਨ ਸੈਟੇਲਾਈਟ ਨਾਂ ਦੇ ਉਪਗ੍ਰਹਿ ਨੂੰ ਗ੍ਰਹਿ ਪੰਧ 'ਤੇ ਪਾਉਣਾ ਸੀ। ਦੇਖੋ, ਗ੍ਰਹਿ ਤਾਂ ਹੁੰਦੇ ਹੀ ਆ, ਗ੍ਰਹਿ ਤੋਂ ਬਾਅਦ ਬਨੋਟੀ ਉਪਗ੍ਰਹਿ ਹੁੰਦੇ ਆ ਨਾ, ਉਹ ਇੱਕ ਸਪਾਰਟਨ ਨਾਂ ਦਾ ਬਨੋਟੀ ਉਪਗ੍ਰਹਿ ਉਹਨੂੰ ਗ੍ਰਹਿ ਪੰਧ 'ਤੇ ਜਾ ਕੇ ਪਾ ਕੇ ਆਉਣਾ ਸੀ। ਸਪਾਰਟਨ ਨਾਂ ਦੇ ਇਹ ਕੁਐਸਚਨ ਤੁਹਾਨੂੰ ਆਵੇਗਾ ਵੀ ਜਿਹੜੀ ਕਲਪਨਾ ਚਾਵਲਾ ਉਹ ਪਹਿਲੀ ਵਾਰ ਜਿਹੜੇ ਹੈਗਾ ਉਹ ਕਿਹੜੇ ਮਿਸ਼ਨ 'ਤੇ ਗਈ ਅਤੇ ਉਸ ਮਿਸ਼ਨ ਦਾ ਉਦੇਸ਼ ਕੀ ਸੀ? ਪਹਿਲੀ ਵਾਰ ਉਹ STS-87 ਦੇ ਮਿਸ਼ਨ 'ਤੇ ਗਈ, ਜਿਹੜਾ ਕਿ 19 ਨਵੰਬਰ 1997 ਨੂੰ ਸ਼ੁਰੂ ਹੋਇਆ। ਅਤੇ ਇਸ ਮਿਸ਼ਨ ਦਾ ਉਦੇਸ਼ ਕੀ ਸੀ? ਪੁਲਾੜ ਦੇ ਵਿੱਚ ਅੰਤਰਿਕਸ਼ ਮਤਲਬ ਉੱਪਰ ਸਪੇਸ ਦੇ ਵਿੱਚ ਇੱਕ ਸਪਾਰਟਨ ਸੈਟੇਲਾਈਟ ਨਾਂ ਦੇ ਉਪਗ੍ਰਹਿ ਨੂੰ ਗ੍ਰਹਿ ਪੰਧ 'ਤੇ ਪਾਉਣਾ ਸੀ। ਇਸ ਕੁਐਸਚਨ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ, ਕਿਉਂਕਿ ਇਹ ਆਏਗਾ। ਇਸ ਸਾਲ ਭਾਰਤ ਆਪਣੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਗੋਲਡਨ ਜੁਬਲੀ ਮਨਾ ਰਿਹਾ ਸੀ, ਜਿਸ ਵੇਲੇ ਉਹ ਮਤਲਬ ਉੱਪਰ ਪੁਲਾੜ ਦੇ ਉੱਪਰ ਉਹ ਗਈ। ਉਸ ਵੇਲੇ ਜਿਹੜਾ ਭਾਰਤ ਸੀਗਾ ਉਹ ਆਪਣੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਸੀ। ਇਸ ਯਾਤਰਾ ਦੇ ਦੌਰਾਨ ਕਲਪਨਾ ਬਹੁਤ ਖੁਸ਼ ਸੀ, ਕਿਉਂਕਿ ਉਹਦੀ ਜ਼ਿੰਦਗੀ ਦਾ ਇੱਕ ਸੁਪਨਾ ਸੀ ਵੀ ਮੈਂ ਪੁਲਾੜ ਵਿੱਚ ਜਾਣਾ। ਜਦੋਂ ਉਹ ਪੁਲਾੜ ਦੇ ਲਈ ਸਿਲੈਕਟ ਹੋਈ, ਜਦੋਂ ਉਹ ਜਾ ਰਹੀ ਸੀ, ਤਾਂ ਉਸ ਦਰਮਿਆਨ ਉਹ ਬਹੁਤ ਖੁਸ਼ ਸੀ। ਉਸਨੇ ਪੁਲਾੜ ਵਿੱਚੋਂ ਹੀ ਪ੍ਰਧਾਨ ਮੰਤਰੀ, ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਸਨ ਡਾਕਟਰ ਇੰਦਰ ਕੁਮਾਰ ਗੁਜਰਾਲ, ਕਿਉਂਕਿ ਉਹ ਭਾਰਤ ਦੀ ਰਹਿਣ ਵਾਲੀ ਸੀ, ਇਸ ਕਰਕੇ ਉਸਦਾ ਲਗਾਵ ਜਿਹੜਾ ਭਾਰਤ ਨਾਲ ਸੀ। ਚਾਹੇ ਉਹ ਗਈ ਅਮਰੀਕਾ ਵੱਲੋਂ ਸੀ, ਪਰੰਤੂ ਭਾਰਤ ਦੀ ਜੰਮਪਲ ਹੋਣ ਕਰਕੇ ਉਸਦਾ ਭਾਰਤ ਨਾਲ ਬਹੁਤ ਜ਼ਿਆਦਾ ਪਿਆਰ ਸੀ। ਤਾਂ ਉਸਨੇ ਜਹਾਜ਼ ਦੇ ਵਿੱਚੋਂ, ਰੋਕਟ ਦੇ ਵਿੱਚੋਂ ਹੀ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਨਾਲ ਗੱਲ ਕੀਤੀ। ਉਸਨੇ ਹਰ ਭਾਰਤੀ ਨਾਗਰਿਕ ਦੇ ਨਾਂ 'ਤੇ ਸੰਦੇਸ਼ ਵਿੱਚ ਲਿਖਿਆ। ਤਾਂ ਉੱਥੋਂ ਹੀ ਉਸਨੇ ਹਰ ਭਾਰਤੀ ਦੇ ਨਾਮ ਇੱਕ ਸੰਦੇਸ਼ ਲਿਖਿਆ। ਕੀ ਲਿਖਿਆ? ਜੇ ਤੁਸੀਂ ਬਿਨਾਂ ਕਿਸੇ ਉਦੇਸ਼ ਅਤੇ ਲਗਾਓ ਦੇ ਕੰਮ ਕਰਦੇ ਰਹੇ ਤਾਂ ਤੁਹਾਨੂੰ ਆਨੰਦ ਨਹੀਂ ਆਏਗਾ। ਇਸ ਕਰਕੇ ਬੱਚੇ, ਜ਼ਿੰਦਗੀ 'ਚ ਅਸੀਂ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ, ਸਾਨੂੰ ਉਹਦਾ ਇੱਕ, ਹੁਣ ਆਪਾਂ ਪੜ੍ਹਾਈ ਕਰਦੇ ਹਾਂ ਤਾਂ ਆਪਣਾ ਇੱਕ ਮੋਟਿਵ ਹੈ, ਆਪਣਾ ਇੱਕ ਉਦੇਸ਼ ਹੈ। ਤਾਂ ਉਸ ਉਦੇਸ਼ ਨੂੰ ਲੱਗ ਕੇ ਆਪਾਂ ਮਿਹਨਤ ਵੀ ਕਰਦੇ ਹਾਂ ਵੀ ਹਾਂ ਮੈਂ ਪੜ੍ਹਾਈ ਦੇ ਵਿੱਚ ਪਹਿਲੇ ਨੰਬਰ 'ਤੇ ਆਉਣਾ। ਪਰੰਤੂ ਜੇ ਆਪਣੀ ਕੋਈ ਵੀ ਕੰਮ ਕਰਨ ਦਾ ਆਪਣਾ ਉਦੇਸ਼ ਹੀ ਨਹੀਂ ਹੋਊਗਾ, ਆਪਾਂ ਕੋਲ ਹੋ ਗਿਆ ਨਹੀਂ ਹੋ ਗਿਆ, ਤਾਂ ਨਾ ਹੀ ਆਪਣੀ ਉਸ ਕੰਮ ਵਿੱਚ ਲਗਨ ਹੋਊਗੀ, ਤਾਂ ਨਾ ਹੀ ਆਪਾਂ ਨੂੰ ਉਸ ਕੰਮ ਕਰਨ ਦੇ ਵਿੱਚ ਮਜ਼ਾ ਆਊਗਾ। ਹੁਣ ਦੇਖੋ, ਕਲਪਨਾ ਚਾਵਲਾ ਦਾ ਉਦੇਸ਼ ਕੀ ਸੀਗਾ? ਵੀ ਮੈਂ ਸਪੇਸ ਦੇ ਵਿੱਚ ਜਾਣਾ ਹੈ, ਮੈਂ ਚੰਨ ਤਾਰਿਆਂ ਦੀ ਦੁਨੀਆ ਦੇ ਵਿੱਚ ਜਾਣਾ ਹੈ। ਤਾਂ ਉਸ ਨੇ ਉਸ ਉਦੇਸ਼ ਦੇ ਨਾਲ ਲਗਨ ਨਾਲ ਕੰਮ ਕੀਤਾ। ਲਗਨ ਨਾਲ ਜਦੋਂ ਉਹਨੇ ਕੰਮ ਕੀਤਾ ਤਾਂ ਉਸਨੂੰ ਉਸ ਕੰਮ ਦੇ ਵਿੱਚ ਬਹੁਤ ਮਜ਼ਾ ਆਇਆ, ਜਿਸ ਕਰਕੇ ਕਲਪਨਾ ਚਾਵਲਾ ਨੇ ਉੱਥੇ ਰੋਕਟ ਦੇ ਵਿੱਚ ਬੈਠੇ ਹੀ ਇਹ ਸੰਦੇਸ਼ ਲਿਖਿਆ ਕਿ ਜੇ ਤੁਸੀਂ ਬਿਨਾਂ ਕਿਸੇ ਉਦੇਸ਼ ਦੇ ਅਤੇ ਲਗਨ ਦੇ ਕੰਮ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਆਨੰਦ ਨਹੀਂ ਆਊਗਾ। ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਆਪਣੀ ਮੰਜ਼ਿਲ 'ਤੇ ਪਹੁੰਚਣ ਵਿੱਚ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਉਹ ਕਰੋ ਜੋ ਤੁਹਾਡੀ ਅੰਤਰ-ਆਤਮਾ ਨੂੰ ਪਸੰਦ ਹੈ। ਦੇਖੋ, ਹੁਣ ਕਈ ਵਾਰੀ ਕੀ ਹੁੰਦਾ, ਆਪਾਂ ਫੋਰਸਲੀ ਆਪਾਂ ਉਹ ਚੀਜ਼ ਰੱਖ ਲੈਂਦੇ, ਆਪਾਂ ਕਹਿੰਦੇ ਨਹੀਂ ਹੁਣ ਇਹ ਚੀਜ਼ ਰੱਖੀ ਹੈ, ਮੈਂ ਵੀ ਇਹ ਚੀਜ਼ ਕਰੂੰਗਾ। ਤਾਂ ਕਹਿੰਦੇ ਨਹੀਂ, ਜੋ ਤੁਹਾਡੀ ਆਤਮਾ ਨੂੰ ਪਸੰਦ ਹੈ ਤੁਸੀਂ ਉਹ ਕੰਮ ਕਰੋ, ਕਿਉਂਕਿ ਤੁਹਾਨੂੰ ਉਸੇ ਕੰਮ ਦੇ ਵਿੱਚ ਹੀ ਪ੍ਰਸਿੱਧੀ ਅਤੇ ਸਫਲਤਾ ਹਾਸਲ ਹੋਵੇਗੀ। ਇਸ ਫੇਰੀ ਤੋਂ ਬਾਅਦ ਕਲਪਨਾ ਪੁਲਾੜ ਦੇ ਵਿੱਚ ਯਾਤਰਾ ਕਰਨ ਵਾਲੀ ਪਹਿਲੀ ਭਾਰਤੀ ਔਰਤ ਅਤੇ ਦੂਜੇ ਭਾਰਤੀ ਹੋਣ ਦਾ ਮਾਣ ਹਾਸਲ ਕਰ ਚੁੱਕੀ ਸੀ। ਦੇਖੋ, ਪਹਿਲਾ ਜਿਹੜਾ ਭਾਰਤੀ ਸੀ ਉਹ ਰਾਕੇਸ਼ ਸ਼ਰਮਾ ਸੀ ਅਤੇ ਦੂਜੀ ਪਹਿਲੀ ਭਾਰਤੀ ਔਰਤ ਕਲਪਨਾ ਚਾਵਲਾ ਸੀ। ਦੂਜੇ ਨੰਬਰ 'ਤੇ ਭਾਰਤੀ ਸੀ ਅਤੇ ਪਹਿਲੀ ਭਾਰਤੀ ਔਰਤ ਸੀ। ਇਸ ਦਾ ਜਸ਼ਨ ਪੂਰੀ ਦੁਨੀਆ ਵਿੱਚ ਮਨਾਇਆ ਗਿਆ। ਇਸ ਤੋਂ ਪਹਿਲਾਂ ਰਾਕੇਸ਼ ਸ਼ਰਮਾ 1984 ਵਿੱਚ ਪੁਲਾੜ ਵਿੱਚ ਜਾ ਚੁੱਕੇ ਸਨ। ਦੇਖੋ, ਇਹ 1997 ਵਿੱਚ ਗਈ ਹੈ। ਇਸ ਤੋਂ ਪਹਿਲਾਂ ਰਾਕੇਸ਼ ਸ਼ਰਮਾ ਜਿਹੜੇ ਸੀ ਭਾਰਤ ਦੇ ਰਹਿਣ ਵਾਲੇ, ਉਹ 1984 ਦੇ ਵਿੱਚ ਪੁਲਾੜ ਦੇ ਵਿੱਚ ਗਏ ਸਨ।
इस तो बाद की होया, इस मिशन तो बाद कल्पना ਨੂੰ ਇੱਕ ਤਕਨੀਕੀ ਮਾਹਰ ਦਾ, ਕਿਉਂਕਿ ਉਹ ਇੱਕ ਵਾਰੀ ਸਪੇਸ ਵਿੱਚ ਜਾਇਆ ਹੀ, ਉਹਨੂੰ ਸਾਰਾ ਪਤਾ ਲੱਗ ਗਿਆ ਵੀ ਕਿਸ ਤਰ੍ਹਾਂ ਰੌਕਟ ਠੀਕ ਕਰਨਾ, ਕਿਵੇਂ ਜਾਣਾ ਹੈ, ਤਾਂ ਉਸ ਨੂੰ ਤਕਨੀਕੀ ਮਾਹਰ ਦਾ ਰੁਤਬਾ ਮਿਲ ਗਿਆ। ਆਪਣੇ ਕੰਮ ਵਿੱਚ ਮਿਹਨਤ ਅਤੇ ਲਗਨ ਸਦਕਾ ਉਸ ਨੂੰ ਇੱਕ ਵੱਖਰੀ ਪਹਿਚਾਣ ਵੀ ਮਿਲ ਗਈ। ਸਾਰੀ ਦੁਨੀਆ ਦੇ ਵਿੱਚ ਕਲਪਨਾ ਹੋਣ ਲੱਗ ਗਈ। ਕਲਪਨਾ ਨੇ ਇੱਕ ਮਿਸ਼ਨ ਦਰਮਿਆਨ ਅਨੁਭਵ ਕਰਦੇ ਹੋਏ ਦੱਸਿਆ ਕਿ ਜਦੋਂ ਮੈਂ ਉੱਤੇ ਸਾਂ ਤਾਂ ਮਹਿਸੂਸ ਹੋਇਆ ਸੀ ਕਿ ਮੈਂ ਧਰਤੀ ਦੇ ਕਿਸੇ ਖਾਸ ਹਿੱਸੇ ਤੋਂ ਨਹੀਂ ਆਈ, ਬਲਕਿ ਮੈਨੂੰ ਲੱਗਦਾ ਸੀ ਕਿ ਮੈਂ ਉਸ ਤਾਰਿਆਂ ਦੀ ਦੁਨੀਆ ਵਿੱਚ ਹੀ ਰਹਿਣ ਵਾਲੀ ਹਾਂ। ਜਦੋਂ ਉਹ ਉੱਪਰੋਂ ਸਪੇਸ ਤੋਂ ਨੀਚੇ ਆਈ ਤਾਂ ਉਹਨੇ ਇਹੀ ਗੱਲ ਕਹੀ ਕਿ ਮੈਂ ਉੱਥੇ ਇੰਨੇ ਦਿਨ ਲਗਾਇਆ ਹੀ ਅਤੇ ਮੈਨੂੰ ਤਾਂ ਕੋਈ ਲੱਗਿਆ ਹੀ ਨਹੀਂ ਵੀ ਮੈਂ ਕਿਤੇ ਅਲੱਗ ਦੁਨੀਆ ਵਿੱਚ ਗਈ ਸੀ। ਮੈਨੂੰ ਤਾਂ ਇਹ ਲੱਗਿਆ ਵੀ ਮੈਂ ਸ਼ੁਰੂ ਤੋਂ ਹੀ, ਕਿਉਂਕਿ ਸਾਰਾ ਦਿਨ ਉਹਦਾ ਜ਼ਿੰਦਗੀ ਦਾ ਇੱਕ ਸੁਪਨਾ ਹੀ ਇਹ ਸੀ ਵੀ ਮੈਂ ਤਾਰਿਆਂ ਦੀ ਦੁਨੀਆ ਦੇ ਵਿੱਚ ਜਾਣਾ ਹੈ। ਸੰਨ 2000 ਵਿੱਚ ਕਲਪਨਾ ਨੂੰ ਦੁਬਾਰਾ ਇੱਕ ਉਡਾਨ ਮਿਸ਼ਨ, ਜਿਸ ਦਾ ਨਾਮ STS 107 ਸੀ। ਦੇਖੋ, ਪਹਿਲਾ ਮਿਸ਼ਨ ਸੀ STS 87, ਉਹ 1997 ਵਿੱਚ ਗਈ। ਫਿਰ 2000 ਦੇ ਵਿੱਚ ਦੁਬਾਰਾ ਫਿਰ ਉਹਨੂੰ ਮੌਕਾ ਮਿਲਿਆ, ਕਿਹੜਾ ਮਿਸ਼ਨ ਦੇ 'ਤੇ STS 107 ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਇਸ ਮਿਸ਼ਨ ਵਿੱਚ ਕਲਪਨਾ ਨੂੰ ਉਪਰੋਕਤ ਹੁਣ ਉਹਨੂੰ ਉੱਥੇ ਕੀ ਕਰਨ ਗਿਆ ਸੀ ਕਿ ਸੂਖਮ ਗੁਰਤਾ ਸ਼ਕਤੀ ਪ੍ਰਯੋਗ ਨਾਲ ਸੰਬੰਧਿਤ ਬਹੁਤ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਗਈ। ਦੇਖੋ, ਧਰਤੀ ਦੇ ਵਿੱਚ ਗ੍ਰੈਵੀਟੇਸ਼ਨਲ ਪਾਵਰ ਹੈ ਜਿਹੜੀ, ਉਹਦੇ ਸੰਬੰਧੀ ਉਸਨੇ ਉੱਥੇ ਖੋਜ ਕਰਨ ਜਾਣੀ ਸੀਗੀ, ਤਾਂ ਉਸ ਸੰਬੰਧੀ ਉਸਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਇਹਨਾਂ ਕਾਰਨਾਂ ਕਰਕੇ, ਪਰੰਤੂ ਇਸ ਮਿਸ਼ਨ ਦਾ ਉਦੇਸ਼ ਧਰਤੀ ਅਤੇ ਪੁਲਾੜ ਵਿਗਿਆਨ ਅਧਿਐਨ ਦਾ ਵਿਸਥਾਰਪੂਰਵਕ ਖੋਜ ਕਾਰਜ ਕਰਨਾ ਸੀ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਮਿਸ਼ਨ ਵਾਰ-ਵਾਰ ਰੱਦ ਹੁੰਦਾ ਗਿਆ। 2000 ਦੇ ਵਿੱਚ ਇਹ ਸ਼ੁਰੂ ਹੋਣਾ ਸੀਗਾ, ਪਰੰਤੂ ਕੁਝ ਤਕਨੀਕੀ ਕਾਰਨਾਂ ਕਰਕੇ ਬਾਰ-ਬਾਰ ਇਹ ਰੱਦ ਹੁੰਦਾ ਗਿਆ। ਫਿਰ ਇਸ ਤੋਂ ਬਾਅਦ 2000 ਤੋਂ ਬਾਅਦ ਇਹੀ ਮਿਸ਼ਨ ਜਿਹੜਾ 16 ਜਨਵਰੀ 2003 ਨੂੰ ਕਲਪਨਾ ਇੱਕ ਵਾਰੀ ਫਿਰ STS 107 ਦੇ ਕੰਮ ਨੂੰ ਪੂਰਾ ਕਰਨ ਲਈ ਕੋਲੰਬੀਆ ਨਾਂ ਦੇ ਪੁਲਾੜੀ ਜਹਾਜ਼ ਦੀ ਮਹੱਤਵਪੂਰਨ ਮੈਂਬਰ ਵਜੋਂ ਖਲਾਅ ਵਿੱਚ ਪਹੁੰਚੀ। ਖਲਾਅ ਮਤਲਬ ਪੁਲਾੜ ਦੇ ਵਿੱਚ ਉੱਥੇ ਪਹੁੰਚੀ। ਕਦੋਂ ਗਈ ਉਹ? 16 ਜਨਵਰੀ 2003 ਨੂੰ। ਕਿਹੜਾ ਮਿਸ਼ਨ ਲੈ ਕੇ? STS 107। ਦੂਜੀ ਵਾਰ ਪੁਲਾੜ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਕਿਹਾ, ਜਦੋਂ ਦੂਸਰੀ ਵਾਰ ਜਾ ਰਹੀ ਸੀ ਤਾਂ ਉਸਨੇ ਕਿਹਾ ਕਿ ਇੱਕ ਵਾਰੀ ਫਿਰ ਪੁਲਾੜ ਵਿੱਚ ਜਾਣਾ ਇੱਕ ਸੁਪਨੇ ਦੀ ਤਰ੍ਹਾਂ ਹੈ। ਤਾਂ ਉਹਨੂੰ ਐਂ ਲੱਗਿਆ ਵੀ ਮੇਰਾ ਸੁਪਨਾ ਹਾਲੇ ਪੂਰਾ ਨਹੀਂ ਹੋਇਆ, ਅਤੇ ਉਸ ਨੂੰ ਦੂਜੀ ਵਾਰ ਜਾਣ ਲੱਗੇ ਵੀ ਇਹ ਲੱਗਿਆ ਕਿ ਮੇਰੇ ਲਈ ਅੱਜ ਵੀ ਜਾਣਾ ਇੱਕ ਸੁਪਨਾ, ਜਿਵੇਂ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਇਹ ਇੱਕ ਸੁਖਾਵਾਂ ਅਨੁਭਵ ਹੈ। ਇਸ ਮਿਸ਼ਨ ਵਿੱਚ ਕਲਪਨਾ ਨੂੰ ਆਧੁਨਿਕ ਤਕਨੋਲੋਜੀ ਵਿਕਾਸ, ਪੁਲਾੜ ਯਾਤਰੀ, ਸਿਹਤ ਤੇ ਸੁਰੱਖਿਆ, ਧਰਤੀ ਤੇ ਪੁਲਾੜ ਵਿਗਿਆਨ ਅਧਿਐਨ ਦੇ ਨਾਲ ਸੂਖਮ ਗੁਰਤਾ ਸ਼ਕਤੀ ਨਾਲ ਸੰਬੰਧਿਤ ਜ਼ਿੰਮੇਵਾਰੀ ਵੀ ਦਿੱਤੀ ਗਈ। ਉੱਥੇ ਉਸਨੇ ਕੀ ਕਰਨਾ ਸੀ? ਤਕਨੋਲੋਜੀ ਵਿਕਾਸ, ਸਿਹਤ ਤੇ ਸੁਰੱਖਿਆ ਅਤੇ ਗੁਰਤਾ ਸ਼ਕਤੀ ਨਾਲ ਸਾਰੀ ਜ਼ਿੰਮੇਵਾਰੀ ਦਿੱਤੀ ਗਈ ਵੀ ਉੱਥੇ ਜਾ ਕੇ ਉਹਨਾਂ ਨੇ ਉੱਥੇ ਜਾ ਕੇ ਖੋਜ ਕਰਨੀ ਸੀ। ਕਲਪਨਾ ਅਤੇ ਉਸਦੇ ਸਾਥੀ ਕਿੰਨੇ ਜਾਣੇ ਸੀ? ਟੋਟਲ 7 ਜਾਣੇ ਸੀ। ਕਲਪਨਾ ਦੇ ਨਾਲ ਉਹਦੇ 6 ਸਾਥੀ ਹੋਰ ਸੀ। ਵਿਗਿਆਨੀਆਂ ਨੇ ਮਿਲ ਕੇ ਮਨੁੱਖੀ ਸਰੀਰ ਉੱਤੇ ਅੰਤਰਿਕਸ਼ ਦਾ, ਇਹ ਸਾਰੇ ਅੰਤਰਿਕਸ਼ ਦਾ ਮਨੁੱਖੀ ਸਰੀਰ 'ਤੇ ਕੀ ਪ੍ਰਭਾਵ ਪੈਂਦਾ, ਕੈਂਸਰ ਕੋਸ਼ਿਕਾਵਾਂ ਦੀ ਸਮੱਸਿਆ, ਕੀਟ ਪਤੰਗਿਆਂ ਦੇ ਵਿੱਚ ਭਾਰਹੀਨਤਾ, ਇਹ ਸਾਰੀਆਂ ਜਿਹੜੀਆਂ ਰਹੱਸਾਂ ਦੀ ਇਹਨਾਂ ਦੀ ਜਾਣਕਾਰੀ ਹਾਸਲ ਕਰਨ ਜਾਣਾ ਸੀ। ਇਸ ਨਾਲ ਸੰਬੰਧਿਤ ਉਹਨਾਂ ਨੇ ਉੱਥੇ ਜਾ ਕੇ ਕਿੰਨੇ ਪ੍ਰਯੋਗ ਕੀਤੇ? 80 ਪ੍ਰਯੋਗ ਕੀਤੇ। ਇਸ ਮਿਸ਼ਨ ਵਿੱਚ ਕਲਪਨਾ ਨੇ ਬਹੁਤ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਈ। ਹਾਂਜੀ, ਹੁਣ ਇਸ ਤੋਂ ਬਾਅਦ ਲਾਸਟ ਰਹਿ ਗਿਆ 16 ਦਿਨ ਪੁਲਾੜ ਵਿੱਚ ਰਹਿਣ ਤੋਂ ਬਾਅਦ, ਜਦੋਂ ਉੱਥੇ ਦੂਸਰਾ ਮਿਸ਼ਨ ਸੀ STS 107 ਦੇ ਵਿੱਚ, ਜਦੋਂ ਉੱਥੇ 16 ਦਿਨ ਰਹੇ, ਕਿਉਂਕਿ ਉੱਥੇ ਉਹਨਾਂ ਨੇ 80 ਪ੍ਰਯੋਗ ਕੀਤੇ। 16 ਦਿਨ ਪੁਲਾੜ ਵਿੱਚ ਰਹਿਣ ਤੋਂ ਬਾਅਦ 1 ਫਰਵਰੀ 2003 ਨੂੰ ਆਪਣੇ ਜ਼ਿੰਮੇ ਲੱਗਿਆ ਕੰਮ ਪੂਰਾ ਕਰਕੇ ਕਲਪਨਾ ਚਾਵਲਾ ਆਪਣੇ ਸਾਥੀ ਵਿਗਿਆਨੀਆਂ ਨਾਲ ਧਰਤੀ ਵੱਲ ਵਾਪਸ ਪਰਤ ਰਹੀ ਸੀ, ਅਤੇ ਹਾਲੇ ਸਿਰਫ ਆਖਰੀ 16 ਮਿੰਟ ਹੀ ਰਹਿ ਗਈ ਸੀ ਉਸ ਨੂੰ ਧਰਤੀ 'ਤੇ ਪਹੁੰਚਣ ਵਿੱਚ, ਕਿ ਉਹਨਾਂ ਲਈ ਬਹੁਤ ਘਾਤਕ ਸਿੱਧ ਹੋਏ। ਧਰਤੀ ਉਹਨਾਂ ਦੇ ਜਹਾਜ਼ ਦੇ ਵਿੱਚ ਕੋਈ ਮਤਲਬ ਜਿਹੜਾ ਸੀਗਾ ਨੁਕਸ ਪੈ ਗਿਆ। ਉਹ ਜਿਹੜਾ ਵਾਯੂਮੰਡਲ 'ਚ ਦਾਖਲ ਹੋਣ ਤੋਂ ਸਿਰਫ 16 ਮਿੰਟ ਪਹਿਲਾਂ ਹੀ ਕੁਝ ਉਹਨਾਂ ਨੂੰ ਐਂ ਲੱਗਿਆ ਸਾਡਾ ਜਹਾਜ਼ ਠੀਕ ਨਹੀਂ ਲੱਗ ਰਿਹਾ। ਪਰ ਅਚਾਨਕ ਕੀ ਹੋਇਆ, ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਜਿਹੜਾ ਉਹਨਾਂ ਦਾ ਸੰਪਰਕ ਨੀਚੇ ਕੰਟਰੋਲ ਰੂਮ 'ਚ ਬਣਿਆ ਹੋਇਆ ਸੀਗਾ, ਉਹ ਕੰਟਰੋਲ ਰੂਮ ਨਾਲ ਉਹਨਾਂ ਦਾ ਜਿਹੜਾ ਸੰਪਰਕ ਸੀ ਟੁੱਟ ਗਿਆ। ਜਿਹੜਾ ਉਹ ਤਾਪਮਾਨ, ਜਿਹੜਾ ਉਹਦੇ ਜਹਾਜ਼ ਦੀ ਰਫ਼ਤਾਰ ਜਿਹੜੀ ਸੀਗੀ ਉਹ ਵੱਧ ਗਈ, ਅਤੇ ਉਹਦੇ ਵਿੱਚ ਤਾਪਮਾਨ ਗੁਰੂਤਾ ਸ਼ਕਤੀ ਕਾਰਨ ਵੱਧ ਜਾਂਦਾ। ਜਦੋਂ ਜਹਾਜ਼ ਦੀ ਰਫ਼ਤਾਰ ਜਿਵੇਂ ਉਹ ਧਰਤੀ ਵੱਲ ਆਇਆ, ਤਾਪਮਾਨ ਵੱਧ ਗਿਆ, ਕਿਉਂਕਿ ਗੁਰੂਤਾ ਸ਼ਕਤੀ ਵੱਧ ਗਈ, ਜਹਾਜ਼ ਦੀ ਰਫ਼ਤਾਰ ਵੀ ਵੱਧ ਗਈ, ਜਿਸ ਦੇ ਕਾਰਨ ਜਿਹੜਾ ਸੀਗਾ ਇਹ ਸਾਰਾ ਸੰਪਰਕ ਟੁੱਟ ਗਿਆ। ਉਹ ਸਮਾਂ ਜਿਹੜਾ ਸੀ ਪੂਰਾ ਉਹਨਾਂ ਲਈ ਸੰਕਟ ਭਰਿਆ ਸੀ। ਤਾਂ ਮਤਲਬ ਅਚਾਨਕ ਹੀ ਧਰਤੀ 'ਤੇ ਜਿਹੜਾ ਸੀ ਬਹੁਤ ਵੱਡਾ ਬਲਾਸਟ ਹੋਇਆ, ਅਤੇ ਇੱਕ ਚਮਕਦੀ ਰੋਸ਼ਨੀ ਨਜ਼ਰ ਆਈ,
ਜਿਸ ਦੇ ਵਿੱਚ ਕੀ ਹੋਇਆ, ਕਲਪਨਾ ਅਤੇ ਉਸਦੇ 6 ਸਾਥੀ ਵਾਯੂ ਦੇ ਵਿੱਚ ਹੀ ਉੱਪਰ ਧਰਤੀ ਦੇ ਵਾਯੂਮੰਡਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜਿਹੜੇ ਸੀ ਉਹ ਉੱਥੇ ਹੀ ਉਹਨਾਂ ਦਾ ਜਹਾਜ਼ ਜਿਹੜਾ ਸੀ, ਰੋਕਟ ਸੀਗਾ, ਉਹ ਟੁੱਟ ਗਿਆ ਅਤੇ ਫਸਣ ਸਬੂਤ ਮਿਲੇ। ਕੰਟਰੋਲ ਰੂਮ ਵਿੱਚ ਬੈਠੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸਾਰੇ ਪੂਰੀ ਤਰ੍ਹਾਂ ਸ਼ਾਂਤ ਸੀ, ਪਰ ਹੁਣ ਪੁਲਾੜ ਵਿਗਿਆਨੀ ਜਹਾਜ਼ ਦੀ ਚੁੱਪੀ ਉਹਨਾਂ ਸਭਨਾਂ 'ਤੇ ਭਾਰੀ ਪੈ ਰਹੀ ਸੀ। ਜਿਹੜੇ ਕਲਪਨਾ ਦੇ ਨਾਲ ਉਹਦੇ 6 ਵਿਗਿਆਨੀ ਸਾਥੀ ਸੀ, ਸਾਰੇ ਹੀ ਖਲਾ ਦੇ ਵਿੱਚ ਹੀ, ਮਤਲਬ ਵਾਯੂਮੰਡਲ ਦੇ ਵਿੱਚ ਹੀ ਸਾਰੇ ਤਹਿਸ ਨਹਿਸ ਹੋ ਗਏ, ਕਿਉਂਕਿ ਜਹਾਜ਼ ਜਿਹੜਾ ਸੀਗਾ ਉਹ ਬਲਾਸਟ ਹੋ ਗਿਆ। ਕੈਲੀਫੋਰਨੀਆ, ਟੈਕਸਾਸ ਅਤੇ ਅਰਨਾਕਸ ਤੋਂ ਮਾਹਰ ਨਿਗਰਾਨਾਂ ਦੇ ਸੰਦੇਸ਼ ਆ ਰਹੇ ਸਨ ਕਿ ਉਹਨਾਂ ਨੇ ਤੇਜ਼ ਰੋਸ਼ਨੀ ਵੇਖੀ ਹੈ। ਤੇਜ਼ ਰੋਸ਼ਨੀ ਕਿਉਂਕਿ ਧਰਤੀ ਦੇ ਵਾਯੂਮੰਡਲ 'ਤੇ ਹਲੇ ਉਹ ਜਿਹੜਾ ਰੋਕਟ ਸੀ ਪਹੁੰਚਿਆ ਨਹੀਂ ਸੀ। ਤੇਜ਼ ਰੋਸ਼ਨੀ ਵੇਖੀ ਜੋ ਟੁੱਟੇ ਹੋਏ ਮਲਬੇ ਵਿੱਚੋਂ ਨਿਕਲੀ ਜਾਂਦੀ ਸੀ। ਦੂਰੋਂ ਇੱਕ ਰੋਸ਼ਨੀ ਨਜ਼ਰ ਆਈ ਸੀ, ਜਿਹਦਾ ਪਤਾ ਲੱਗਿਆ ਸੀਗਾ ਵੀ ਜਿਹੜਾ ਉਹਨਾਂ ਦਾ ਰੋਕਟ ਜਿਹੜਾ ਬਲਾਸਟ ਹੋ ਚੁੱਕਿਆ ਹੋਇਆ। ਕੰਟਰੋਲ ਰੂਮ ਵਿੱਚ ਬੈਠੇ ਮਾਹਰ ਲੋਕ ਜੋ ਯਾਨ ਦੇ ਸੰਦੇਸ਼ ਨੂੰ ਪੜ੍ਹਨ ਵਿੱਚ ਲੱਗੇ ਹੋਏ ਸਨ ਕਿ ਅਚਾਨਕ ਯਾਨ ਦਾ ਤਾਪਮਾਨ ਕਿਉਂ ਹੋਇਆ ਸੀ। ਜਿਹੜੇ ਜਹਾਜ਼ ਦੇ ਵਿੱਚ ਜਿਹੜੇ ਰੋਕਟ 'ਚ ਗਏ ਸੀ, ਅਚਾਨਕ ਉਹਦਾ ਤਾਪਮਾਨ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਸੀ। ਇਸ ਤੋਂ ਬਾਅਦ ਤਾਪਮਾਨ ਵਧਣ ਦੇ ਕਾਰਨ ਉਹ ਕੰਟਰੋਲ 'ਚ ਨਾ ਹੋਇਆ, ਜਿਸ ਦੇ ਕਾਰਨ ਜਿਹੜੀ ਸੀ ਮਤਲਬ ਬਲਾਸਟ ਹੋ ਗਿਆ ਅਤੇ ਸਾਰੇ ਪਾਸੇ ਚੁੱਪੀ ਛਾ ਗਈ। ਰੇਡੀਓ ਵੀ ਖਾਮੋਸ਼ ਸੀ, ਸਕਰੀਨ ਉੱਤੇ ਵੀ ਕੋਈ ਹਲਚਲ ਨਹੀਂ ਸੀ ਅਤੇ ਨਾ ਹੀ ਕੋਈ ਉਮੀਦ ਬਚੀ ਸੀ। ਹਾਂਜੀ, 1 ਫਰਵਰੀ 2003 ਨੂੰ ਸ਼ਾਮ 7:30 ਵਜੇ ਇੱਕ ਧਮਾਕੇ ਦੇ ਨਾਲ ਇਹ ਜਿਹੜਾ ਪੁਲਾੜੀ ਜਹਾਜ਼ ਸੀ ਪੂਰੀ ਤਰ੍ਹਾਂ ਤਬਾਹ ਹੋ ਗਿਆ। ਜਿਹੜੇ ਕਲਪਨਾ ਦੇ ਨਾਲ ਉਹਦੇ 6 ਸਾਥੀ ਸੀ ਉਹ ਖਲਾ ਦੇ ਵਿੱਚ ਹੀ ਅਭੇਦ ਹੋ ਗਏ। ਮਰਨ ਉਪਰੰਤ ਜਿਹੜਾ ਇਸ ਤੋਂ ਬਾਅਦ ਕੀ ਸੀ, ਕਲਪਨਾ ਦੀ ਜਦੋਂ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾ ਰਹੇ ਸਨ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ, ਕਲਪਨਾ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਲਪਨਾ ਨੇ ਖੁਦ ਇੱਕ ਵਾਰੀ ਕਿਹਾ ਸੀ ਕਿ ਜਦ ਵੀ ਮੇਰੇ ਮਰਨ ਦਾ ਸਮਾਂ ਆਵੇਗਾ ਮੈਂ ਪੁਲਾੜ ਵਿੱਚ ਹੀ ਮਰਨਾ ਪਸੰਦ ਕਰਾਂਗੀ। ਵੀ ਮਤਲਬ ਮੈਂ ਇਹ ਚਾਹੁੰਦੀ ਹਾਂ ਕਿ ਜੇ ਮੇਰੀ ਮੌਤ ਵੀ ਆਵੇ ਤਾਂ ਮੇਰੀ ਇਸ ਧਰਤੀ 'ਤੇ ਮੌਤ ਨਾ ਆਵੇ, ਮੇਰੀ ਮੌਤ ਵਾਯੂਮੰਡਲ ਦੇ ਵਿੱਚ ਹੀ ਮੇਰੀ ਮੌਤ ਹੋ ਜਾਵੇ, ਪੁਲਾੜ ਦੇ ਵਿੱਚ ਹੀ ਮੇਰੀ ਮੌਤ ਹੋ ਜਾਵੇ। ਉਸ ਦੀ ਅਚਨਚੇਤ ਇਹ ਗੱਲ ਕਹੀ, ਸਭ ਨੂੰ ਚੇਤੇ ਆ ਗਈ ਅਤੇ ਇਹ ਗੱਲ ਉਹ ਸੱਚ ਸਾਹਮਣੇ ਹੋਈ ਕਿ ਕਿਉਂਕਿ ਉਹ ਧਰਤੀ ਦੇ ਵਾਯੂਮੰਡਲ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਤਬਾਹ ਹੋ ਗਈ। ਇਸ ਤੋਂ ਬਾਅਦ ਮਰਨ ਉਪਰੰਤ ਉਸ ਨੂੰ, ਕਲਪਨਾ ਨੂੰ ਬਹੁਤ ਸਾਰੇ ਉਹਦੇ ਘਰਦਿਆਂ ਨੂੰ ਇਨਾਮ ਮਿਲੇ, ਜਿਸ ਤਰ੍ਹਾਂ ਕਾਂਗਰੈਸ਼ਨਲ ਸਪੇਸ ਮੈਡਲ, ਨਾਸਾ ਸਪੇਸ ਫਲਾਈਟ ਮੈਡਲ, ਨਾਸਾ ਡਿਸਟਿੰਗੁਇਸ਼ਡ ਸਰਵਿਸ ਮੈਡਲ, ਇਹ ਸਾਰੇ ਮਿਲੇ। ਕਲਪਨਾ ਦੇ ਸਨਮਾਨ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਇਨਾਮ ਅਤੇ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ। ਹਾਂਜੀ, ਹਰਿਆਣਾ ਸਰਕਾਰ ਨੇ ਵੀ ਕਲਪਨਾ ਚਾਵਲਾ ਤਾਰਾ ਮੰਡਲ ਦੀ ਸਥਾਪਨਾ ਕੀਤੀ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਉਹਨਾਂ ਨੂੰ ਬਹੁਤ ਸਾਰੇ ਮਾਣ ਅਤੇ ਸਨਮਾਨ ਮਿਲੇ। ਕਲਪਨਾ ਦੀ ਕਰਨਾਲ ਤੋਂ ਪੁਲਾੜ ਤੱਕ ਦੀ ਯਾਤਰਾ ਹਮੇਸ਼ਾ ਸਾਡੇ ਜ਼ਿਹਨ ਵਿੱਚ ਤਾਜ਼ਾ ਰਹੇਗੀ। ਪੁਲਾੜ ਵਾਸੀ ਕਲਪਨਾ ਚਾਵਲਾ ਹੁਣ ਕਦੇ ਵਾਪਸ ਨਹੀਂ ਪਰਤੇਗੀ, ਪਰ ਭਾਰਤ ਅਦੁੱਤੀ ਅਤੇ ਹੋਣਹਾਰ ਬੇਟੀ ਉੱਤੇ ਸਦਾ ਹੀ ਫਖਰ ਕਰਦਾ ਰਹੇਗਾ। ਠੀਕ ਹੈ ਬੇਟੇ, ਇਸ ਚੈਪਟਰ ਨੂੰ, ਕਲਪਨਾ ਚਾਵਲਾ ਜੀਵਨੀ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਅਤੇ ਬਾਕੀ ਕੁਐਸਚਨ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ। ਧੰਨਵਾਦ ਬੇਟੇ।